ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਚਰਨਪਾਲ ਸਿੰਘ ਬਾਗੜੀ ਮੌਜੂਦ ਨੇ। ਗੱਲਬਾਤ ਕਰਾਂਗੇ ਐਮਐਸਪੀ ਦੇ ਰੌਲੇ ਦੇ ਉੱਤੇ। ਕਾਨੂੰਨ ਕਿਉਂ ਨਹੀਂ ਬਣਾਇਆ ਜਾ ਸਕਦਾ? ਹੁਣ ਤੱਕ ਕਾਨੂੰਨ ਕਿਉਂ ਨਹੀਂ ਬਣਿਆ? ਕਾਨੂੰਨੀ ਦਾਅਪੇਚ ਇਹਦੇ ਵਿੱਚ ਕਿਹੜੇ ਨੇ? ਹੁਣ ਤੱਕ ਸੁਪਰੀਮ ਕੋਰਟ ਦੇ ਵਿੱਚ ਇਹ ਮਸਲਾ ਕਿਉਂ ਨਹੀਂ ਪਹੁੰਚਿਆ? ਇੱਕ ਦੋ ਵਾਰ ਐਪਲੀਕੇਸ਼ਨਾਂ ਗਈਆਂ ਨੇ ਪਰ ਸਿਰੇ ਨਹੀਂ ਚੜੀਆਂ, ਵਾਪਸ ਲੈ ਲਈਆਂ ਕਿਸਾਨਾਂ ਨੇ। ਸਰਕਾਰਾਂ ਆਪਣੇ ਤੌਰ ਦੇ ਉੱਤੇ, ਸੂਬੇ ਦੀਆਂ ਸਰਕਾਰਾਂ ਕਿਉਂ ਨਹੀਂ ਇਸ ਉੱਤੇ ਜ਼ੋਰ ਲਾਉਂਦੀਆਂ ਕਿ ਐਮਐਸਪੀ ਦਾ ਕਾਨੂੰਨ ਬਣਨਾ ਚਾਹੀਦਾ, ਕਿਸਾਨਾਂ ਨੂੰ ਉਹਨਾਂ ਦਾ ਹੱਕ ਜਿਹੜਾ ਉਹ ਮੰਗਦੇ ਨੇ, ਜਿਹੜਾ ਵਾਜਬ ਮੁੱਲ ਹੈ ਉਹ ਮਿਲਣਾ ਚਾਹੀਦਾ। ਬਾਗੜੀ ਸਾਹਿਬ, ਤੁਹਾਡਾ ਸਵਾਗਤ ਹੈ ਪੰਜਾਬਿਸਤਾਨ ਟੀਵੀ ਤੇ। ਥੈਂਕ ਯੂ ਜੀ ਬਾਗੜੀ ਸਾਹਿਬ, ਐਮਐਸਪੀ ਦੇ ਕਾਨੂੰਨ ਦਾ ਰੇੜਕਾ ਸਮਝਾਓ ਥੋੜਾ ਜਿਹਾ ਕਿ ਕੀ ਕਾਨੂੰਨ ਹੈ ਕੀ ਜਿਹੜਾ ਸਰਕਾਰ ਨੂੰ ਲੱਗਦਾ ਹੈ ਕਿ ਨਹੀਂ ਬਣਨਾ ਚਾਹੀਦਾ, ਸਿਰਫ ਭਰੋਸਾ ਹੀ ਮਿਲਦਾ। ਦੇਖੋ, ਜਿੱਥੋਂ ਤੱਕ ਇਹਦਾ ਸਟ੍ਰੇਟ ਵੇ ਆਨਸਰ ਹੈ, ਜਿਹੜਾ ਐਮਐਸਪੀ ਦਾ ਕਾਨੂੰਨ ਨਹੀਂ ਬਣਦਾ ਉਹਦਾ ਸਿਰਫ ਇੱਕ ਆਨਸਰ ਹੈ ਕਿ ਕੋਈ ਵੀ ਸਰਕਾਰ ਆਪਣੀ ਜ਼ਿੰਮੇਵਾਰੀ ਚੱਕਣ ਲਈ ਤਿਆਰ ਨਹੀਂ ਗੀ। ਅਗਰ ਐਮਐਸਪੀ ਦਾ ਕਾਨੂੰਨ ਬਣੇਗਾ ਤਾਂ ਐਮਐਸਪੀ ਦੇਣੀ ਵੀ ਪੈਣੀ ਹੈ ਨਾ। ਉਹ ਦੇਣ ਦੀ ਇੰਟੈਂਸ਼ਨ ਕਿਸੇ ਵੀ ਗਵਰਨਮੈਂਟ ਦੀ ਹੈ ਨਹੀਂ ਗੀ। ਔਰ ਮੈਂ ਤੁਹਾਨੂੰ ਦੱਸਦਾ, ਕੋਰਟਾਂ ਦਾ ਜਿਹੜਾ ਵਰਕ ਹੈ ਉਹ ਤਾਂ ਕੋਰਟ ਦਾ ਵਰਕ ਤਾਂ ਰੂਟੀਨ ਦੇ ਵਰਕ ਹੁੰਦੇ ਨੇ। ਕੋਈ ਅਪੀਲ ਦਲੀਲ, ਕੋਈ ਕ੍ਰਿਮੀਨਲ ਕੇਸ ਹੈ, ਕੋਈ ਫੌਜਦਾਰੀ ਕੇਸ ਹੈ, ਜ਼ਮੀਨਾਂ ਦੇ ਝਗੜੇ ਨੇ। ਅਸਲ 'ਚ ਇਹ ਕੰਮ ਕਰਨ ਦੇ ਨੇ ਸਰਕਾਰਾਂ ਦੇ। ਗਵਰਨਮੈਂਟ, ਆਪਾਂ ਸਟੇਟ ਲੈਵਲ ਤੇ ਐਮਐਲਏ ਨੂੰ ਇਲੈਕਟ ਕਰਦੇ ਆ ਔਰ ਆਪਾਂ ਸੈਂਟਰਲ ਲੈਵਲ ਤੇ ਐਮਪੀਜ਼ ਨੂੰ ਇਲੈਕਟ ਕਰਦੇ ਆ। ਉਹ ਪਾਰਲੀਮੈਂਟ 'ਚ ਬਹਿੰਦੇ ਨੇ, ਸਟੇਟ ਲੈਜਿਸਲੇਚਰ ਅਸੈਂਬਲੀ 'ਚ ਬੈਠਦੇ ਨੇ। ਉਸ ਦੇ ਅਕੋਰਡਿੰਗਲੀ ਕਨਸਟੀਟਿਊਸ਼ਨ ਆਫ ਇੰਡੀਆ ਨੇ ਪਹਿਲਾਂ ਹੀ ਉਹ 'ਚ ਪ੍ਰਾਵਧਾਨ ਦਿੱਤਾ ਹੈ, ਜਿੱਥੇ ਕਿ ਸਟੇਟ ਲਿਸਟ, ਯੂਨੀਅਨ ਲਿਸਟ ਤੇ ਕਨਕਰੈਂਟ ਲਿਸਟ ਆਲਰੇਡੀ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਹੋਈ ਹੈ ਵੀ ਕਿੱਥੇ ਕਿੱਥੇ ਕਾਨੂੰਨ ਕਿਹਦਾ ਅਧਿਕਾਰ ਖੇਤਰ ਹੈ। ਹੁਣ ਨੀਦਰ ਇਹ ਕੋਈ ਗਵਰਨਮੈਂਟ ਦੀ ਨੀਅਤ ਚੰਗੀ ਨਹੀਂ ਗੀ ਪਰਟੇਨਿੰਗ ਟੂ ਫਾਰਮਰਸ। ਹੁਣ ਈਵਨ ਦੋ ਲੈਟ ਮੀ ਸਟਾਰਟ ਵਿਦ ਦੈਟ ਵੈਰੀ ਇੰਸਟੈਂਸ ਆਫ 2018 ਜਦੋਂ ਮਤਲਬ ਫਾਰਮਰਸ ਤੇ ਤੁਹਾਨੂੰ ਵੀ ਬਹੁਤ ਪਤਾ ਹੋਣਾ, FIRs ਹੋਣੀਆਂ ਸਟਾਰਟ ਹੋ ਗਈਆਂ ਸੀ NGT ਦੇ ਆਰਡਰ ਤੋਂ ਬਾਅਦ ਕਿ ਪੋਲਿਊਸ਼ਨ ਕਰਦੇ ਨੇ ਪਰਾਲੀ ਨੂੰ ਅੱਗ ਲਗਾ ਕੇ। ਅਗਰ ਕਿਸਾਨਾਂ ਕੋਲ ਸੋਲਿਊਸ਼ਨ ਕਿਸੇ ਨੇ ਨਹੀਂ ਪ੍ਰੋਵਾਈਡ ਕੀਤਾ, ਉਹ ਆਰਡਰ ਆ ਗਿਆ ਕਿ ਨਹੀਂ ਤੁਸੀਂ ਅੱਗ ਨਹੀਂ ਲਾਣੀ। ਉਹ 'ਚ ਹੋਰ ਕੰਡੀਸ਼ਨਾਂ ਵੀ ਸੀਗੀਆਂ ਜਿਹੜੀਆਂ ਸਰਕਾਰ ਨੂੰ ਕਿਹਾ ਗਿਆ ਸੀ ਵੀ ਤੁਸੀਂ ਮੁਹੱਈਆ ਕਰਾਓ। ਸਰਕਾਰ ਨੇ ਉਹ ਮੁਹੱਈਆ ਨਹੀਂ ਕਰਾਈਆਂ, ਰਾਦਰ ਕੇ ਪਰਚੇ ਕਰਨੇ ਤੇ ਕੰਪਨਸੇਸ਼ਨ ਲੈਣੀ ਸ਼ੁਰੂ ਕਰਤੀ ਫਾਈਨ ਕਰਕੇ ਫਾਰਮਰਸ ਤੇ। ਚਲੋ, ਮੈਂ 2019 'ਚ ਉਹ ਵੀ ਸਟੇ ਕਰਾਇਆ ਸੀਗਾ ਫਾਰਮਰਸ ਦੇ ਫੇਵਰ ਵਿੱਚ। ਤੇ ਜਦੋਂ 2018 'ਚ ਮੈਂ ਇਹਨੂੰ ਪੜ੍ਹਦਾ ਪਿਆ ਸੀ, ਦੈਨ ਆਈ ਸਪੈਂਡ ਅ ਲੋਟ ਆਫ ਰਿਸਰਚ ਵਰਕ ਡਿਊਰਿੰਗ ਮਾਈ ਸਮਰ ਵਕੇਸ਼ਨਸ ਵੀ ਕੋਈ ਨਾ ਕੋਈ ਕੀ ਜਿਹੜਾ ਪਰਾਲੀ ਝੋਨੇ ਦੇ ਨਾਲ ਪਾਣੀ ਵੀ ਤਾਂ ਪੀਣ ਵਾਲਾ ਖਤਮ ਹੋ ਰਿਹਾ। ਬਚਪਨ 'ਚ ਕਿੰਨਾ ਉੱਤੇ ਸੀ ਪਾਣੀ, ਅੱਜ ਬਿਲਕੁਲ ਨੀਚੇ ਚਲਾ ਗਿਆ। ਤਾਂ ਮੈਂ ਇੱਕ ਬੜੀ ਇਲੈਬੋਰੇਟ ਪਟੀਸ਼ਨ ਫਾਈਲ ਕੀਤੀ ਸੀ 2018 'ਚ ਹੀ, ਜਿਹ 'ਚ ਮੈਂ ਮੰਗਿਆ ਸੀ ਕਿ ਹਰ ਫਸਲ ਦਾ MSP ਵੀ ਹੋਣਾ ਚਾਹੀਦਾ, ਉਹਦੀ ਸਰਕਾਰੀ ਖਰੀਦ ਵੀ ਯਕੀਨੀ ਹੋਣੀ ਚਾਹੀਦੀ ਹੈ। ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਲੀਅਰ ਕਰ ਦੇਣਾ ਚਾਹੁੰਦਾ, ਦੋਹਾਂ ਦੇ ਵਿੱਚ ਡਿਫਰੈਂਸ ਹੈ। ਹੁਣ 23 ਤੋਂ 25 ਜਿਹੜੀਆਂ ਫਸਲਾਂ ਉਹਨਾਂ ਦਾ MSP ਹੈ, ਪਰ ਉਹਨਾਂ ਦੀ ਖਰੀਦ MSP ਤੋਂ ਨੀਚੇ ਕਿਉਂ ਹੋ ਰਹੀ ਹੈ? ਕਿਉਂਕਿ ਉਹਦੀ ਪ੍ਰੋਕਿਉਰਮੈਂਟ ਗਵਰਨਮੈਂਟ ਨਹੀਂ ਕਰ ਰਹੀ। ਮੈਂ ਜਦੋਂ ਇਹ ਪੜ੍ਹਿਆ ਪੂਰਾ ਇਲੈਬੋਰੇਟਲੀ, ਮੈਨੂੰ ਇਹ ਲੂਪਹੋਲ ਪਤਾ ਚੱਲੇ। ਮੈਂ ਕੋਰਟ 'ਚ ਪਹੁੰਚ ਕੇ ਇਹੀ ਮੰਗ ਕੀਤੀ ਸੀ ਵੀ ਇਹਦੀ MSP ਤੇ ਹੋਵੇ ਹੀ ਹੋਵੇ ਹਰ ਫਸਲ, ਹਰ ਚਾਹੇ ਉਹ ਸਬਜ਼ੀ ਹੈ, ਚਾਹੇ ਪਿਆਜ਼ ਨੇ, ਅਪਾਰਟ ਫਰੋਮ ਜਿਹੜੀਆਂ ਅਦਰ ਮਤਲਬ ਦਾਲਾਂ ਨੇ, ਸਰਸੋਂ ਹੈ, ਸਨਫਲਾਵਰ ਹੈ, ਮਸਟਰਡ ਆਇਲ ਹੈ, ਜਿੰਨਾ ਸਾਰਾ ਕੁਝ ਉਤਪੰਨ ਹੁੰਦਾ ਤੇ ਇਹਦੀ ਖਰੀਦ ਵੀ ਜਿਹੜੀ ਹੈ, ਪ੍ਰੋਕਿਉਰਮੈਂਟ ਵੀ ਹੈ, ਇਹ ਸਰਕਾਰ ਕਰੇ। 2018 'ਚ ਇਹਦੇ ਨਾਲ ਜਿੱਥੋਂ ਤੱਕ ਮੈਂ ਇਹ ਮੰਗਿਆ ਸੀ ਵੀ ਇਹ ਝੋਨਾ ਜਿਹੜਾ ਇਹਦਾ ਬਦਲ ਹੋਣਾ ਚਾਹੀਦਾ ਜਾਂ ਟੈਕਨੀਕ ਬਦਲ ਦੇਣੀ ਚਾਹੀਦੀ ਹੈ, ਕਿਉਂਕਿ ਅਸੀਂ ਜਦੋਂ ਝੋਨਾ ਲਾਉਂਦੇ ਹਾਂ ਟੈਕਨੀਕ ਸਾਡੇ ਕੋਲ ਉਹੀ ਪੁਰਾਣੀ ਚੱਲਦੀ ਪਈ ਹੈ। ਅਸੀਂ ਨੈਚੁਰਲ ਜਿਹੜਾ ਪਾਣੀ ਦਾ ਸਿਸਟਮ ਹੈ, ਜਿਹੜਾ ਰੀਚਾਰਜ ਹੁੰਦਾ, ਰੀਸਾਈਕਲ ਹੁੰਦਾ ਵਾਟਰ, ਅਸੀਂ ਉਹਦੇ ਰੋਮ ਬੰਦ ਕਰਦੇ ਹਾਂ ਜਦੋਂ ਅਸੀਂ ਗਾਹਣ ਜਾਂ ਕੱਦੂ ਕਰਦੇ ਹਾਂ। ਉਹ ਨੈਚੁਰਲ ਪ੍ਰੋਸੈਸ ਦੇ ਅਗੇਂਸਟ ਹੈ। ਝੋਨਾ ਤਾਂ ਇਹ ਜਿਹੜਾ ਲਾਉਣ ਦਾ ਮੈਥਡ ਹੈ, ਇਹ ਤਾਂ ਉੱਥੇ ਝੋਨੇ ਦੀ ਇੱਕ ਕਿਸਮ ਹੈ, ਇਹ ਇੱਕ ਇਹਦੀ ਖੂਬੀ ਹੈ। ਜਿੱਥੇ 12 ਮਹੀਨੇ ਪਾਣੀ ਦਿੰਦਾ ਉੱਥੇ ਵੀ ਹੋ ਜਾਂਦੀ ਹੈ ਇਹ ਫਸਲ। ਅਸੀਂ ਪੀਣ ਵਾਲਾ ਪਾਣੀ ਖਤਮ ਕਰਕੇ ਉੱਥੇ ਝੋਨਾ ਉਗਾਉਂਦੇ ਪਏ ਸੀ। ਹੁਣ ਵੀ ਮਤਲਬ ਇਹੀ ਹਾਲਾਤ ਨੇ। ਮੈਂ ਉਹ 'ਚ ਮੰਗਿਆ ਸੀ ਵੀ ਕਿਉਂ ਜ਼ਿਮੀਦਾਰ ਇਹ ਮਤਲਬ ਕੰਮ ਕਰਨ ਲਈ ਰੈਡੀ ਹੈ, ਕਿਉਂਕਿ ਉਹਨੂੰ ਇਹਦੀ MSP ਵੀ ਤੇ ਇਹਦੀ ਖਰੀਦ ਦੋ ਫਸਲਾਂ ਦੀ ਹੈ, ਇੱਕ ਕਣਕ ਤੇ ਇੱਕ ਝੋਨੇ ਦੀ, ਜਿਹਦੇ ਕਰਕੇ ਸਾਡੀ ਫਰਟੀਲਿਟੀ ਖਤਮ ਹੋ ਰਹੀ ਹੈ, ਸਾਡੀ ਪਾਣੀ ਪੀਣ ਵਾਲਾ ਖਤਮ ਹੋ ਰਿਹਾ। ਤੁਸੀਂ ਜਿਹੜੀ ਗਵਰਨਮੈਂਟ ਅਸੀਂ ਚੂਜ਼ ਕੀਤੀ ਹੈ, ਉਹ ਹਰ ਬਲਾਕ ਵਾਈਜ਼ ਮਿੱਟੀ ਦੀ ਇਨਸਪੈਕਸ਼ਨ ਕਰੇ, ਕਿਉਂਕਿ ਇਹਨਾਂ ਨੇ ਰਿਸਰਚ ਸੈਂਟਰ ਨੇ,
ਹੂੰ ਤੁਸੀਂ ਨੈਟ ਤੇ ਪਾਓ, ਐਗਰੀਕਲਚਰ ਦੇ ਨਾਂ ਤੇ ਕਿੰਨੀਆਂ ਯੂਨੀਵਰਸਿਟੀਆਂ ਬਣੀਆਂ ਨੇ, ਕਿੰਨੇ ਰਿਸਰਚ ਸੈਂਟਰ ਬਣੇ ਨੇ, ਕਿੰਨੇ ਅਯੋਗ ਬਣੇ ਹੋਏ ਨੇ, ਤੁਸੀਂ ਹੈਰਾਨ ਰਹਿ ਜਾਓਗੇ, ਗਿਣਤੀ ਨਹੀਂ ਹੈ। ਜੀ ਅਰਬਾਂ ਦਾ ਬਜਟ ਉਹਨਾਂ ਦੀਆਂ ਸੈਲਰੀਜ਼ ਪੇ ਕਰਨ ਨੂੰ ਹੈ। ਮੈਂ ਉਹ ਚ ਮੰਗ ਕੀਤੀ ਸੀ ਵੀ ਇਹ ਜਿਹੜੇ ਕੰਮ ਲਈ ਇਹਨਾਂ ਨੂੰ ਗਠਿਤ ਕੀਤਾ ਹੈ, ਇਹ ਕਰਨ ਵਿੱਚ ਨਿਫਲ ਰਹੇ ਨੇ, ਇਹਨਾਂ ਨੂੰ ਖਤਮ ਕਰੋ। ਕਰੋੜਾਂ ਜੀ ਰੁਪਈਆ ਕਿਉਂ ਸਪੈਂਡ ਕਰਦੇ ਹੋ ਤੁਸੀਂ ਫੋਰਨ ਤੋਂ ਹੋਰ ਟੈਕਨੀਕਾਂ ਮੰਗਾ ਰਹੇ ਹੋ, ਤੁਸੀਂ ਖੇਤੀ ਵਾਸਤੇ ਵੀ ਤਾਂ ਮੰਗਾ ਸਕਦੇ ਹੋ। ਸਾਡੀ ਤਾਂ ਪਾਪੂਲੇਸ਼ਨ 70 ਤੋਂ 80% ਹੈ ਹੀ ਡਿਪੈਂਡੈਂਟ ਐਗਰੀਕਲਚਰ ਤੇ। ਬਿਲਕੁਲ ਇਹ ਜੀ ਜਿਹੜੇ ਨੀਤੀ ਆਯੋਗ ਜਾਂ ਕੋਈ ਹੋਰ ਆਯੋਗ ਨੇ, ਇਹ ਕਿਤੇ ਸਟੇਸ਼ਨਰੀ ਕਾਗਜ਼ ਭਰਨ ਲਈ ਥੋੜ੍ਹਾ ਰੱਖੇ ਨੇ ਵੀ 2030 ਚ ਪੰਜਾਬ ਨੇ ਰਾਜਸਥਾਨ ਬਣ ਜਾਣਾ। ਇਹ ਤਾਂ ਹੱਲ ਦੇਣ ਲਈ ਬਣੇ ਹੋਏ ਰੱਖੇ ਹੋਏ ਨੇ। ਚਲੋ ਉਸ ਟਾਈਮ ਕੋਰਟ ਨੇ ਕੰਸੀਡਰ ਕੀਤਾ, ਉਹ ਜੋ ਨੋਟਿਸ ਹੋਇਆ, ਰਿਪਲਾਈਆਂ ਹਲੇ ਆਣੀਆਂ ਨੇ। ਤੇ 2019 ਚ ਜਦੋਂ ਫਿਰ ਕਹਿਤਾ ਸੀ ਸੁਪਰੀਮ ਕੋਰਟ ਨੇ ਵੀ ਪਰਚੇ ਦਿਓ, ਅੰਦਰ ਕਰੋ, ਉਸ ਟਾਈਮ ਮੈਂ ਫਿਰ ਵਿਦ ਦੀ ਗ੍ਰੇਸ ਆਫ ਗੋਡ 6 ਨਵੰਬਰ ਨੂੰ ਉਹ ਆਰਡਰ ਚੇਂਜ ਕਰਾਇਆ ਸੀ ਜਾ ਕੇ, ਔਰ ਕਿਸਾਨਾਂ ਨੂੰ ਕਰੋੜਾਂ ਰੁਪਈਆ ਮੈਂ ਸੁਪਰੀਮ ਕੋਰਟ ਤੋਂ ਕਿਹਾ, ਉਹ ਵੀ ਪ੍ਰੋ ਬੋਨੋ ਕੀਤਾ ਮੈਂ, ਕਿ ਵੀ ਜਿਹਨੇ ਅੱਗ ਨਹੀਂ ਲਾਈ ਉਹਨਾਂ ਨੂੰ ਪੈਸੇ ਦਿਓ, ਕਿਤੇ ਪਰਚੇ ਕਰਨ ਦੀ ਗੱਲ ਕਰਦੇ ਸੀ। ਉਦੋਂ ਉਹ ਕੇਸ ਸੁਪਰੀਮ ਕੋਰਟ ਆ ਗਿਆ ਸੀ। ਹੁਣ ਮੈਂ ਕਮਿੰਗ ਟੂ ਦੀ ਪੁਆਇੰਟ, ਜੀ ਤੁਸੀਂ ਗੱਲ ਕੀਤੀ ਹੈ ਐਮਐਸਪੀ ਕਿਉਂ ਨਹੀਂ ਸਰਕਾਰਾਂ ਦਿੰਦੀਆਂ, ਕਿਉਂ ਕਾਨੂੰਨ ਨਹੀਂ ਬਣਦਾ। ਅਗਰ ਕਾਨੂੰਨ ਬਣੂਗਾ ਫਿਰ ਉਹ ਖਰੀਦਣੀ ਵੀ ਪੈਣੀ ਹੈ। ਖਰੀਦਣ ਦੀ ਸਾਡੀ ਇੰਟੈਂਸ਼ਨ ਨਹੀਂ ਹੈ। ਸਾਨੂੰ ਇਹ ਨਹੀਂ ਪਤਾ, ਸਾਡੀ ਸਰਕਾਰ ਨੂੰ, ਵੀ ਸਾਨੂੰ ਕਿਸ ਚੀਜ਼ ਦੀ ਕਿੰਨੀ ਲੋੜ ਹੈ। ਹੁਣ ਝੋਨੇ ਨੂੰ ਪਾਣੀ ਪੀਣ ਵਾਲਾ ਖਤਮ ਕਰਕੇ ਇੰਨਾ ਜ਼ਿਆਦਾ ਝੋਨਾ ਉਗਾਇਆ ਜਾ ਰਿਹਾ, ਉਹਨੂੰ ਰੱਖਣ ਦੀ ਜਗ੍ਹਾ ਨਹੀਂ। ਉਹ ਪਟੀਸ਼ਨ 'ਚ ਮੈਂ ਮੰਗਿਆ ਹੋਇਆ। ਇਹਨਾਂ ਨੂੰ ਘਰ ਦੇ ਲਾਣੇਦਾਰ ਨੂੰ ਇਹ ਨਾ ਪਤਾ ਹੋਵੇ ਮੈਨੂੰ ਲੋੜ ਕਿੰਨੀ ਹੈ, ਕਿਸ ਚੀਜ਼ ਦੀ ਲੋੜ ਹੈ, ਉਹ ਸਰਕਾਰਾਂ ਤੇ ਕਰਾਉਣਾ ਕੀ ਹੈ। ਇਹ ਆਪਣੀ ਡਿਊਟੀ ਤੋਂ ਭੱਜ ਰਹੇ ਨੇ। ਜਿਹੜੀ ਚੀਜ਼ ਤੁਸੀਂ ਬਾਹਰੋਂ ਫੋਰਨ ਤੋਂ ਮੰਗਵਾਉਂਦੇ ਹੋ, ਸਾਡੀ ਸੋਇਲ ਕਿੰਨੀ ਫਰਟਾਈਲ ਨਹੀਂ, ਉਹ ਤੁਸੀਂ ਬਾਹਰੋਂ ਕਦੀ ਮਤਲਬ ਮੈਂ ਤਾਂ ਇੱਥੋਂ ਤੱਕ ਵੀ ਪੜ੍ਹ ਰਿਹਾ ਸੀ, ਬਾਹਰੋਂ ਸ਼ੂਗਰ ਦੀ ਇੰਪੋਰਟ ਹੋ ਰਹੀ ਹੈ, ਉਹ 'ਚ ਕੀ ਧਾਂਦਲੀ ਆਈ, ਡੋਂਟ ਵਾਂਟ ਟੂ ਕਮੈਂਟ, ਬਟ ਸਾਡੀ ਲੈਂਡ ਬੜੀ ਫਰਟਾਈਲ ਹੈ। ਇਹਨਾਂ ਨੂੰ ਕਾਨੂੰਨ ਇਸ ਕਰਕੇ ਨਹੀਂ ਇਹ ਬਣਾ ਰਹੇ, ਤਾਂ ਇਹਨਾਂ ਦੀ ਰਿਸਪੌਂਸਿਬਿਲਟੀ ਹੋ ਜਾਏਗੀ। ਇਹ ਤਾਂ ਪਹਿਲਾਂ ਹੀ ਪ੍ਰਾਈਵੇਟੇਸ਼ਨ ਕਰਨ ਵਾਸਤੇ ਚੱਲੇ ਹੋਏ ਨੇ। ਉਹ ਪਟੀਸ਼ਨ ਸੁਪਰੀਮ ਕੋਰਟ 'ਚ ਪੈਂਡਿੰਗ ਹੈ, ਉੱਥੇ ਰਿਪਲਾਈਆਂ ਦੇਣੀਆਂ, ਆ ਨਵਾਂ ਕਾਨੂੰਨ ਲੈ ਕੇ ਆ ਗਏ, ਜਿਹੜਾ ਕਿ ਸਾਰਾ ਇਹ ਜਿਹੜੇ ਕਾਨੂੰਨ ਨੇ, 2 ਕਾਨੂੰਨ ਫਾਰਮਿੰਗ ਦੇ ਉੱਤੇ ਨੇ, ਤੀਜਾ ਐਸੈਂਸ਼ੀਅਲ ਕਮੋਡਿਟੀਜ਼ ਦੇ ਵਿੱਚ ਅਮੈਂਡਮੈਂਟ ਕੀਤੀ ਹੋਈ ਹੈ। ਇਹ ਸਿਰਫ ਤੇ ਸਿਰਫ ਜਿਵੇਂ ਰੇਲਵੇ ਨੂੰ ਪ੍ਰਾਈਵੇਟ ਕੀਤਾ ਨਾ, ਇਹ ਐਗਰੀਕਲਚਰ ਨੂੰ ਪ੍ਰਾਈਵੇਟ ਕਰਨ ਦਾ ਇੱਕ ਸਾਧਨ ਹੈ। ਔਰ ਇਟ ਇਜ਼ ਦੀ intention of the government to run away from the responsibility toward the society and citizen of India। ਜੀ ਬਾਗੀ ਸਾਹਿਬ, ਇੱਕ ਮੇਰੇ ਧਿਆਨ ਵਿੱਚ ਆ ਰਿਹਾ ਸੀ ਕਿ ਸਰਕਾਰਾਂ ਇਹ ਤਰਕ ਦੇ ਦਿੰਦੀਆਂ ਕਿ ਫਸਲੀ ਵਿਭਿੰਨਤਾ ਹੋਣੀ ਚਾਹੀਦੀ ਹੈ, ਤੇ ਇਸ ਕਰਕੇ ਉਹ ਤਾਂ ਹੀ ਕਹਿੰਦੇ ਫਸਲ ਦੀ ਸਾਂਭ ਸੰਭਾਲ ਨਹੀਂ ਹੁੰਦੀ, ਕਿਉਂਕਿ ਲੋਕ ਇੱਕੋ ਪਾਸੇ ਲੱਗੇ ਨੇ, ਝੋਨਾ ਤੇ ਕਣਕ ਉਧਰਲੇ ਪਾਸੇ, ਕਿਉਂਕਿ ਉਧਰ ਉਹਨਾਂ ਨੂੰ ਭਾਅ ਵੱਧ ਮਿਲਦਾ, ਉਹਨਾਂ ਨੂੰ ਲੱਗਦਾ ਕਿ ਜੇਬਾਂ ਵੱਧ ਭਰਦੀਆਂ, ਪਰ ਪਾਣੀ ਵਾਲਾ ਫਿਕਰ ਜਿਹੜਾ ਉਹ ਨਾ ਸਰਕਾਰਾਂ ਨੂੰ ਹੈ ਨਾ ਹੀ ਲੋਕਾਂ ਨੂੰ ਹੋ ਰਿਹਾ। ਇਹ ਤਰਕ ਕਿੱਥੇ ਤੱਕ ਵਾਜਬ ਲੱਗਦਾ? ਐਕਸੀਲੈਂਟ ਗਵਰਨਮੈਂਟ। ਮੈਂ ਤਾਂ ਇਹ ਆਪਣੇ ਪਟੀਸ਼ਨ 'ਚ ਕਿਹਾ ਹੈ ਕਿ ਵੀ ਇੱਕ ਫਾਰਮਰ ਹੈ ਨਾ ਜਿਹੜਾ, ਉਹ ਇੱਕ ਬੱਸ ਦਾ ਪੈਸੇਂਜਰ ਹੈ, ਜਿਹਦਾ ਡਰਾਈਵਰ ਗਵਰਨਮੈਂਟ ਹੈ। ਜਿੱਧਰ ਨੂੰ ਮਰਜ਼ੀ ਲੈ ਜਾਓ, ਇਹਨਾਂ ਨੇ ਤਾਂ ਕੰਮ ਕਰਕੇ ਖਾਣਾ। ਹੁਣ ਤੁਸੀਂ ਕਿਹਾ ਵੀ ਇਹ ਕਹਿੰਦੇ ਵੀ ਡਾਈਵਰਸੀਫਿਕੇਸ਼ਨ, ਕ੍ਰੌਪ ਡਾਈਵਰਸੀਫਿਕੇਸ਼ਨ, ਜਦੋਂ ਤੁਸੀਂ ਐਮਐਸਪੀ ਤੇ ਪ੍ਰੋਕਿਉਰਮੈਂਟ 2 ਫਸਲਾਂ ਦੀ ਰੱਖੀ ਹੈ, ਉਹ ਆਲੂ ਲਾਂਦਾ, ਆਲੂ ਦੀ ਪ੍ਰੋਕਿਉਰਮੈਂਟ ਨਹੀਂ, ਨਾ ਐਮਐਸਪੀ ਰਹਿੰਦੀ ਹੈ, ਉਹਨੂੰ ਸੜਕਾਂ ਤੇ ਸੁੱਟਣੇ ਪੈਂਦੇ ਨੇ। ਜੇ ਉਹ ਕੋਈ ਹੋਰ ਨਵੀਂ ਟੈਕਨੀਕ ਲੈ ਕੇ ਆਉਂਦਾ, ਉਹਨੂੰ ਕੋਈ ਖਰੀਦਣ ਦੇ ਲੋਕ ਨਹੀਂ, ਮੱਕੀ ਨੂੰ ਕੋਈ ਖਰੀਦਦਾ ਨਹੀਂਗਾ ਕੋਈ। ਉਹਦੀ ਅਗਰ ਸਰੋਂ ਲਾਂਦਾ, ਜੇ ਜ਼ਿਆਦਾ ਹੋ ਜਾਂਦੀ ਹੈ ਉਹਦੀ ਕੋਈ। ਇਹ ਮੈਂ ਪਰਸੋਂ ਚੌਥ ਦੀ ਇੰਸਟਾਂਸ ਦੱਸਦਾ। ਇੱਕ ਮੈਨੂੰ ਭਾਰਤੀ ਕਿਸਾਨ ਯੂਨੀਅਨ ਦੇ ਉੱਘੇ ਲੀਡਰ ਨੇ ਸਰਬਜੀਤ ਸਿੰਘ ਮਰਾਲਾ ਦਾ ਫੋਨ ਆਇਆ। ਉਹਨਾਂ ਬੰਦ ਗੋਭੀ ਦੇ 2 ਕਿੱਲੇ ਦੇ ਕਰੀਬ ਲਾਇਆ ਹੋਇਆ। ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੋ ਉਹਨਾਂ ਦਾ ਦਰਦ ਸੀ। ਕਹਿੰਦੇ ਇਹਨੂੰ ਸਾਨੂੰ ਬਾਣਾ ਪੈਣਾ, ਜਿਹਦੇ 'ਚ ਲੱਖਾਂ ਰੁਪਇਆ ਸਾਡਾ ਖਰਚ ਹੋ ਚੁੱਕਿਆ ਹੈ, ਇਹਨੂੰ ਹੁਣ ਬਾਣ ਤੇ ਵੀ ਸਾਡਾ ਖਰਚ ਆਉਣਾ ਵਿੱਚ ਮਿਲਾਣ 'ਚ। ਕਿਉਂ? ਕਿਉਂਕਿ ਕੋਈ ਖਰੀਦ ਨਹੀਂ ਹੈ। ਹੁਣ ਤੁਸੀਂ ਦੱਸੋ, ਸਰਕਾਰਾਂ ਇੱਕ ਸਟੇਟਮੈਂਟ ਦੇ ਕੇ ਉਹਨਾਂ ਦਾ ਘਰ ਪੂਰਾ ਹੁੰਦਾ? ਇਹ ਤਾਂ ਮਨ ਪਰਚਾਵਾ ਹੈ। ਇਹ ਉਹੀ ਟਾਣੇ ਨੂੰ ਵੱਢਣ ਜਾ ਰਹੇ ਆ, ਉਹੀ ਜੜ ਨੂੰ ਖੋਖਲੀ ਕਰਨ ਜਾ ਰਹੇ, ਜਿਹਦੀ ਛਾਂ 'ਚ ਬੈਠੇ ਨੇ, ਜਿਹੜੀਆਂ ਟਾਹਣੀਆਂ ਤੇ ਬੈਠੇ ਹੋਏ ਨੇ। ਇਹ ਬੜੀ ਗਲਤ ਸੋਚ ਹੈ। ਕਿਸਾਨ ਦਾ ਕੋਈ ਦੋਸ਼ ਨਹੀਂ, ਇਹਨੂੰ ਜੋ ਮਰਜ਼ੀ ਕਰਵਾ ਲਓ। ਇਹ ਤਾਂ ਐਡੇ ਮਤਲਬ ਇਮਾਨਦਾਰ ਨੇ। ਡਾਈਵਰਸੀਫਿਕੇਸ਼ਨ ਚਾਹੀਦੀ ਹੈ। ਬਟ ਯੈਸ, ਤੁਸੀਂ ਆਪਣੀ ਗੱਲ ਜਾਰੀ ਰੱਖੋ। ਜੀ ਯੈਸ, ਆਈ ਐਮ ਸੇਇੰਗ ਦੈਟ ਉਹ ਕੀ ਕਰੇ ਜਿਹਨੂੰ ਪਤਾ ਹੀ ਮਤਲਬ ਇਹ ਹੈ ਵੀ ਕਣਕ ਤੇ ਝੋਨੇ ਦੀ ਖਰੀਦ ਹੋਣੀ ਹੈ, ਉਗਾਏਗਾ ਹੀ ਉਹ ਨਾ। ਹੁਣ ਹੋਰ ਚੀਜ਼ ਉਗਾਉਂਦੇ ਆ, ਉਹ ਜ਼ੀਰੋ ਹੋ ਜਾਂਦੀ ਹੈ, ਉਹਦੇ ਕੋਲ ਜਿਹੜਾ ਪੱਲਿਓਂ ਪੈਸਾ ਉਹ ਵੀ ਨਹੀਂ
ਜਿਹੜਾ ਲਾਗਤ ਨਹੀਂ ਆਉਂਦੀ। ਹੂੰ, ਸੇਮ ਇਜ਼ ਦੀ ਐਸੈਂਸ਼ੀਅਲ ਕਮੋਡਿਟੀਜ਼ ਐਕਟ। ਹੂੰ, ਇਹ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ 'ਚ ਅਮੈਂਡਮੈਂਟ ਹੋਈ ਹੈ ਨਾ, ਇਹਦੇ ਨਾਲ ਹੋ ਸਕਦਾ ਕਿਸਾਨ ਨੂੰ ਘੱਟ ਅਸਰ ਪਵੇ, ਕਿਉਂਕਿ ਜਦੋਂ ਉਹਨੇ ਕਣਕ ਉਗਾਣੀ ਆ ਉਹਨੇ ਤਾਂ ਆਪਣੇ ਢੋਲ, ਜਾਂ ਆਪਾਂ ਪਿੰਡਾਂ ਵਾਲੇ ਜਾਣਦੇ ਆ ਸਾਰੇ, ਆਪਣੇ ਜੋਗਾ ਸਟੋਰ ਕਰ ਲੈਣਾ। ਬਿਲਕੁਲ ਬਿਲਕੁਲ। ਜਿਹਦਾ ਪ੍ਰੋਡਿਊਸ ਪ੍ਰਾਈਵੇਟ ਘਰਾਣਿਆਂ ਨੇ ਸਟੋਰ ਕਰ ਲਿਆ ਨਾ, ਤਜੂਰੀ ਭਰ ਲਈ, ਹੂੰ, ਜਿਹੜੇ ਸ਼ਹਿਰਾਂ 'ਚ ਬੈਠੇ ਨੇ, ਜਿਨ੍ਹਾਂ ਨੂੰ ਆਟਾ ਅੱਜ ਵੀ 30-35 ਰੁਪਏ ਜਾਂ ਮਿਲ ਜਾਂਦਾ ਹੈ, ਬਿਲਕੁਲ। ਉਹ ਤਿਆਰ ਹੋ ਜਾਓ 50 ਤੋਂ 60-70 ਰੁਪਏ ਹੋਣ ਨੂੰ ਰੈਡੀ ਹੈ। ਕਿਸਾਨ ਨੂੰ ਤਾਂ ਚਲੋ ਨਹੀਂ ਮਿਲੂਗਾ, ਉਹ ਆਪਣੇ ਆਪ ਖਾ ਲੂਗਾ ਜਿੰਨਾ ਕੁ ਮਤਲਬ ਮਿਲਦਾ ਉਹਨਾਂ, 20 ਰੁਪਏ ਕਿਲੋ ਹੈ, 18 ਮਿਲ ਜੂ ਉਹਨੂੰ, 20-22 ਰੁਪਏ ਮਿਲ ਜੂ। ਪਰ ਜਿਨ੍ਹਾਂ ਨੇ, ਜਿਹੜੇ ਕੰਜ਼ਿਊਮਰ ਨੇ, ਹੂੰ, ਸਾਰੇ ਹੀ ਖਾਣਾ ਤਾਂ ਸਭ ਨੇ ਹੀ ਖਾਣਾ ਹੈ ਨਾ, ਬਿਲਕੁਲ। ਉਹ ਤਿਆਰ ਹੋ ਜਾਓ ਇਸ, ਮਤਲਬ ਇਹ ਇਟਸ ਨਾਟ, ਮੈਂ ਕਹਿੰਦਾ ਹੁੰਦਾ ਜਦੋਂ ਵੀ ਮੈਂ ਬੋਲਦਾ, ਇਟਸ ਨਾਟ ਦੀ ਐਜੀਟੇਸ਼ਨ ਔਰ ਡੈਮੋਨਸਟ੍ਰੇਸ਼ਨ ਬਾਏ ਦੀ ਫਾਰਮਰਸ, ਰਾਦਰ ਇਟ ਵੁੱਡ ਬੀ, ਇਹ ਚਾਹੀਦਾ ਸਾਰਿਆਂ ਨੂੰ। ਇਹ ਸਾਰੀ, ਜਿਹੜਾ ਖਾਣਾ ਖਾਂਦਾ ਨਾ, ਹੂੰ, ਖਾਣੇ ਦੇ ਰੂਪ ਚ ਕੁਝ ਵੀ ਖਾਂਦਾ, ਚਾਹੇ ਉਹ 버ਗਰ ਖਾਂਦਾ, ਚਾਹੇ ਉਹ ਪੀਜ਼ਾ ਖਾਂਦਾ, ਚਾਹੇ ਉਹ ਬ੍ਰੈਡ ਖਾਂਦਾ, ਟੋਸਟ ਖਾਂਦਾ, ਉਹ ਸਾਰੇ ਕੰਜ਼ਿਊਮਰ ਨੇ। ਉਹ ਫਾਰਮਰਸ ਦਾ ਐਜੀਟੇਸ਼ਨ ਨਹੀਂ, ਇਹ ਸਾਰੇ ਲੋਕਾਂ ਦਾ ਸਾਡਾ ਐਜੀਟੇਸ਼ਨ ਹੈ ਜੀ ਜੀ ਜਿਹਦਾ। ਯੈਸ। ਜੀ। ਬਾਗੜੀ ਸਾਹਿਬ, ਹੁਣ ਮੈਂ ਇਹ ਪੁੱਛਣਾ ਸੀ ਕਿ ਜਦੋਂ ਹਰ ਗੱਲ ਸੂਬੇ ਜਿਹੜੇ ਨੂੰ ਕੇਂਦਰ ਤੇ ਥੋਪ ਦਿੰਦੇ ਨੇ ਕਿ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ, ਪੰਜਾਬ ਤਾਂ ਖਾਸ ਕਰ ਇਹ ਚਰਚਾ ਪੰਜਾਬ ਦੇ ਵਿੱਚ ਰਹਿੰਦੀ ਹੈ, ਕਿ ਪੰਜਾਬ ਸਰਕਾਰ ਇੰਨੇ ਕਾਬਲ ਨਹੀਂ ਹੈਗੀ ਕਿ ਉਹ ਆਪਣੇ ਕਿਸਾਨਾਂ ਨੂੰ ਐਮਐਸਪੀ ਦੇ ਸਕੇ ਸਾਰੀਆਂ ਫਸਲਾਂ ਉੱਤੇ, ਜਿਵੇਂ ਦੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਦੇ ਦਾਂਗੇ, ਕਈ ਲੀਡਰ ਵੀ ਕਹਿ ਦਿੰਦੇ ਨੇ ਕਿ ਦੇਣਾ ਚਾਹੀਦਾ ਹੈ। ਪੰਜਾਬ ਸਰਕਾਰ ਇੰਨੇ ਕਾਬਲ ਨਹੀਂ ਹੋ ਸਕਦੀ, ਸੂਬਾ ਸਰਕਾਰਾਂ ਦੀ ਜੇ ਆਪਾਂ ਸਾਰੀਆਂ ਦੀ ਗੱਲ ਕਰੀਏ। ਦੇਖੋ, ਮੈਂ ਆਪਣਾ opinion ਦਿੰਦਾ, ਇਟ ਮੇ ਡਿਫਰ from person to person। ਜੀ। The Punjab is producing about whatever the data is there, ਹੂੰ, 49% of the total produce of the nation, the Punjab is contributing 49%. ਹੂੰ, Now it is to be consumed and distributed among the entire India। ਹੂੰ, ਪੰਜਾਬ ਗਵਰਨਮੈਂਟ ਦਾ ਮੇਰੇ ਅਕੋਰਡਿੰਗਲੀ ਇੰਨਾ ਬਜਟ ਨਹੀਂ ਕਿ ਉਹ ਐਮਐਸਪੀ ਦੇ ਕੇ ਆਪਣੇ ਕੋਲ ਪ੍ਰੋਕਿਓਰ ਕਰ ਲੇ, ਜਾਂ ਉਹਦੇ ਤੇ ਇੰਨਾ ਇਨਵੈਸਟ ਕਰ ਲੇ। ਇਸੇ ਲਈ ਤਾਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਇਜ਼ ਦੇਅਰ। ਹੁਣ ਚਨ ਇਹ ਹੈ, ਜਿਹੜਾ ਐਫਸੀਆਈ ਹੈ ਜਾਂ ਸਾਡਾ ਪ੍ਰੋਕਿਓਰਮੈਂਟ ਸਿਸਟਮ ਹੈ ਜੋ ਚੱਲਦਾ ਪਿਆ, ਇਟ ਸ਼ੁੱਡ ਬੀ, ਇਟ ਕਾਂਟ ਬੀ ਨਾ ਸੈਂਟਰ ਤੇ ਸਟੇਟ ਤੇ, ਇਟ ਇਜ਼ ਇਨ ਬਿਟਵੀਨ ਦੀ ਬੋਥ, ਵਟ ਦੇ ਹੈਵ ਫੋਲੋਇੰਗ ਦੀ ਪ੍ਰੋਸੀਜਰ। ਜਿਹੜਾ ਚੱਲ ਰਿਹਾ ਪ੍ਰੋਸੀਜਰ ਇਹ ਨਹੀਂ ਮਾੜਾ ਹੈ, ਦੇਣ ਨੂੰ ਦਿੱਤਾ ਜਾ ਸਕਦਾ, ਕੀ ਨਹੀਂ ਕੀਤਾ ਜਾ ਸਕਦਾ ਆਪਣੇ ਲੈਵਲ ਤੇ। ਹਾਂ, ਹਰ ਸਟੇਟ ਆਪਣੇ ਲੈਵਲ ਤੇ ਸਟੈਪ ਫਾਰਵਰਡ ਆਏ ਤੇ ਉਹ ਆਪਣੀਆਂ ਡਿਊਟੀਜ਼ ਵਿਦ ਦੀ ਕਾਰਪੋਰੇਸ਼ਨ ਆਫ ਦੀ ਸੈਂਟਰ ਨਾਲ ਕੋਆਪਰੇਟ ਕਰਕੇ ਉਹਨੂੰ ਕੀਤਾ, ਜਿਵੇਂ ਕਿ ਮਤਲਬ ਸੈਂਟਰਲ ਯੂਨੀਵਰਸਿਟੀਜ਼ ਨੇ, ਸੈਂਟਰਲ ਐਗਰੀਕਲਚਰ ਰਿਸਰਚ ਸੈਂਟਰਸ ਨੇ, ਉਹਨਾਂ ਨਾਲ ਕੋਆਪਰੇਟ ਕਰਕੇ ਹੀ ਵਰਕ ਹੋ ਸਕਦਾ ਨਾ। ਉਹਦਾ ਸੋਲੂਸ਼ਨ ਤੇ ਦੋਨਾਂ ਨੇ ਮਿਲ ਕੇ ਹੀ ਕੱਢਣਾ। ਬਟ ਇਹ ਅਨਫੋਰਚੂਨੇਟਲੀ ਇੱਕ ਦੂਜੇ ਤੇ ਦੋਸ਼ ਜਿਹੜਾ ਹੈ ਲੱਗਦਾ ਆ ਰਿਹਾ, ਨਥਿੰਗ ਮੋਰ ਦੈਨ ਦੈਟ। ਬਾਗੜੀ ਸਾਹਿਬ, ਹੁਣ ਮੇਰਾ ਸ਼ਾਇਦ ਆਖਰੀ ਸਵਾਲ ਹੈ, ਜੇ ਤੁਹਾਡੇ ਕੋਲ ਸਮਾਂ ਘੱਟ ਹੈ, ਮੈਂ ਜਾਣਨਾ ਚਾਹੁੰਦਾ ਸੀ ਕਿ ਕਾਨੂੰਨੀ ਜ਼ਰੀਆ ਕੀ ਹੈ, ਤਰੀਕਾ ਕੀ ਹੈ ਕਿ ਸੁਪਰੀਮ ਕੋਰਟ ਤੱਕ ਪਹੁੰਚ ਨਹੀਂ ਕੀਤੀ ਗਈ ਹੁਣ ਤੱਕ, ਜਾਂ ਸੁਪਰੀਮ ਕੋਰਟ ਦੇ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਇਹਨਾਂ ਜੇ ਮਸਲਿਆਂ ਦੀ, ਕਿ ਕਿਸਾਨਾਂ ਦਾ ਮਸਲਾ ਕਿਉਂ ਨਹੀਂ ਹੱਲ, ਐਮਐਸਪੀ ਦਾ ਕਾਨੂੰਨ ਕਿਉਂ ਨਹੀਂ ਬਣਾਇਆ ਜਾਂਦਾ। ਕਈ ਵਾਰੀ ਇਦਾਂ ਹੁੰਦਾ ਕਿ ਕਿਸੇ ਮਸਲੇ ਦੇ ਉੱਤੇ ਜਦੋਂ ਬਹੁਤ ਗੰਭੀਰ ਹੋ ਜੇ ਤਾਂ ਸੂਮੋਟੋ ਨੋਟਿਸ ਲੈ ਲਿਆ ਜਾਂਦਾ, ਉਹ ਵੀ ਨਹੀਂ ਲਿਆ ਜਾ ਰਿਹਾ, ਸਾਰਾ ਕੁਝ ਉੱਥੇ ਦਾ ਉੱਥੇ ਪਿਆ। ਕਿਸਾਨ ਕਹਿੰਦੇ ਨੇ ਕਿ ਅਸੀਂ ਸਰਕਾਰ ਨਾਲ ਹੀ ਗੱਲ ਕਰਨੀ ਹੈ। ਕਿੱਦਾਂ ਇਹ, ਮਤਲਬ ਕਾਨੂੰਨੀ ਤਰੀਕਾ ਕੀ ਹੈ ਐਮਐਸਪੀ ਦਾ ਕਾਨੂੰਨ ਬਣਨ ਦਾ? ਦੇਖੋ, ਮੈਂ ਤੁਹਾਨੂੰ ਦੱਸਦਾ, ਮੈਂ ਰੂਟੀਨ ਦੇ ਵਿੱਚ ਸੁਪਰੀਮ ਕੋਰਟ, ਆਈ ਐਮ ਆਲਸੋ ਮੈਂਬਰ ਆਫ ਦੀ ਬਾਰ ਐਸੋਸੀਏਸ਼ਨ ਸੁਪਰੀਮ ਕੋਰਟ ਆਫ ਇੰਡੀਆ। 2008 ਚ ਮੈਂ ਉੱਥੋਂ ਮਤਲਬ ਪ੍ਰੈਕਟਿਸ ਕਰ ਰਿਹਾ, ਹਾਈ ਕੋਰਟ ਤੇ ਸੁਪਰੀਮ ਕੋਰਟ। ਜਿਹੜੇ ਮਤਲਬ ਇਹ ਡਿਸੀਜਨ ਨੇ ਨਾ, ਇਹ ਐਦਾਂ ਨਹੀਂ ਵੀ ਇੱਕ ਟਾਈਮ ਜਾਂ ਇੱਕ ਮਿੰਟ 'ਚ ਕੋਈ ਡਿਸੀਜਨ ਲਿਆ ਜਾ ਸਕਦਾ, ਕਿਉਂਕਿ ਇਹਦੇ ਵਿੱਚ ਅਰਬਾਂ ਰੁਪਏ ਔਰ ਅਰਬਾਂ ਦਾ ਬਜਟ ਇਨਵੋਲਵ ਹੈ। ਹੁਣ ਜੁਡੀਸ਼ਰੀ ਦੇ ਵਿੱਚ ਡਿਵੀਜ਼ਨ ਬੈਂਚ ਹੈ ਜਾਂ 3 ਜੱਜਸ ਬੈਂਚ ਇਜ਼ ਦੇਅਰ, ਉਹਨਾਂ ਨੇ ਅਗਰ ਕੋਈ ਡਿਸੀਜਨ ਲੈਣਾ, ਉਹ ਐਦਾਂ ਦਾ ਹੋਣਾ ਚਾਹੀਦਾ ਜਿਹੜਾ ਇੰਪਲੀਮੈਂਟ ਵੀ ਹੋ ਜਾਵੇ। ਇੰਪਲੀਮੈਂਟ ਕਿਹਨੇ ਕਰਨਾ? ਗਵਰਨਮੈਂਟ ਨੇ। ਹੁਣ ਹਰ ਰੋਜ਼ ਕੋਈ ਐਦਾਂ ਦਾ ਡਿਸੀਜਨ ਹੁੰਦਾ ਰਿਹਾ ਜਿਹੜਾ ਇੰਪਲੀਮੈਂਟ ਹੀ ਨਾ ਹੋਵੇ। ਬਿਲਕੁਲ। ਜੇ ਇਹ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਇਹ 6 ਨਵੰਬਰ ਦੀ ਗੱਲ ਹੈ, 3.5 ਘੰਟੇ ਸੁਣਵਾਈ ਜਦੋਂ ਹੁੰਦੀ ਰਹੀ ਨਾ, ਉਸ ਦਿਨ ਇਹਨਾਂ ਦੇ ਮਤਲਬ ਸਾਰੀ ਸੀਨੀਅਰ ਐਡਵੋਕੇਟ ਹਾਇਰ ਕੀਤੇ ਜਿਹੜੇ ਸੈਂਟਰ ਨੂੰ
ਰਿਪਰੈਜ਼ੈਂਟ ਕਰਦੇ ਆ, ਸਟੇਟ ਨੂੰ ਰਿਪਰੈਜ਼ੈਂਟ ਕਰਦੇ ਆ। ਇਟ ਵਾਸ ਦੀ ਫਸਟ ਟਾਈਮ ਵੈਨ ਆਈ ਹੈਵ ਐਡਰੈਸਡ ਦੀ ਆਰਗੂਮੈਂਟ ਔਨ ਦੀ ਬਿਹਾਫ ਆਫ ਦੀ ਫਾਰਮਰਸ। ਉਹ ਕਹਿੰਦੇ ਮਤਲਬ ਇਟ ਵਾਸ ਦੀਪਕ ਮਿਸ਼ਰਾ, ਮਤਲਬ ਇਟਸ ਦੀ ਬੈਂਚ ਆਫ ਜਸਟਿਸ, ਉਹ ਰਿਟਾਇਰ ਹੋ ਗਏ ਨੇ, ਅਲੋਂਗ ਵਿਦ ਹਿਮ ਜਸਟਿਸ ਮਿਸ਼ਰਾ ਤੇ ਦੀਪਕ ਸ਼ਰਮਾ ਜੀ ਦਾ ਬੈਂਚ ਸੀ, ਉਹ ਦੀਪਕ ਗੁਪਤਾ ਜੀ ਦਾ ਬੈਂਚ। ਉਹ ਸੁਣਦੇ ਰਹੇ ਮੈਨੂੰ 3 ਘੰਟੇ ਦੇ ਕਰੀਬ। ਉਹ ਕਹਿੰਦੇ ਸੀ ਅੱਜ ਇਹਨੂੰ ਬਾਗੜੀ ਸਾਹਿਬ ਨੂੰ ਅਸੀਂ ਸੁਣਨਾ, ਫਸਟ ਟਾਈਮ ਕਿਸੇ ਨੇ ਫਾਰਮਰਸ ਦਾ ਪੱਖ ਰੱਖਿਆ। ਜਦੋਂ ਮੈਂ ਉਹ ਸਟਰੇਟ ਵੇ ਦੱਸ ਰਿਹਾ ਸੀ ਵੀ ਗਵਰਨਮੈਂਟ, ਉਹ ਤਾਂ ਗਵਰਨਮੈਂਟ ਨੂੰ ਕਹਿ ਰਹੇ ਸੀ ਤੁਸੀਂ ਅੱਜ, ਉਸੇ ਦਿਨ ਉਹਨਾਂ ਨੇ ਆਰਡਰ ਕੀਤਾ ਸੀ ਵੀ 7 ਦਿਨਾਂ ਦੇ ਵਿੱਚ ਵਿੱਚ ਜਿਨ੍ਹਾਂ ਨੇ ਅੱਗ ਨਹੀਂ ਲਾਈ ਤੁਸੀਂ 2400 ਰੁਪਇਆ ਪ੍ਰਤੀ ਏਕੜ ਦੇ ਮੁਤਾਬਕ 7 ਦਿਨਾਂ ਦੇ ਵਿੱਚ ਵਿੱਚ ਪੇ ਕਰੋ ਫਾਰਮਰਸ ਨੂੰ। ਉਹ ਹਰਿਆਣਾ ਨੇ ਵੀ ਪੇ ਕੀਤਾ, ਹੋਰ ਮਤਲਬ ਯੂਪੀ, ਵੈਸਟ ਯੂਪੀ ਨੇ ਵੀ ਪੇ ਕੀਤਾ, ਤੇ ਪੰਜਾਬ ਦਾ ਹਲੇ ਪੈਂਡਿੰਗ ਪਿਆ ਉਹ ਕੁਛ। ਉਸ ਦਿਨ ਇਹ ਵੀ ਕਲੈਰੀਫਾਈ ਕੀਤਾ ਸੀ ਕਿ ਜਦੋਂ ਮਤਲਬ ਇੱਕ ਗਵਰਨਮੈਂਟ EMPLOYE ਹੈ ਜਿਹਦਾ ਕਿ ਤੁਸੀਂ 5th ਪੇ ਕਮਿਸ਼ਨ, 6ਵਾਂ ਪੇ ਕਮਿਸ਼ਨ, 7ਵਾਂ ਪੇ ਕਮਿਸ਼ਨ, ਸਾਨੂੰ ਨਹੀਂ ਉਹਦਾ ਦੁੱਖ, ਉਹ ਮਿਲਣਾ ਚਾਹੀਦਾ। ਫਾਰਮਰ ਨੂੰ ਕੋਈ ਦੁੱਖ ਨਹੀਂ, ਇਹਦਾ ਖੁਸ਼ ਹੈ ਹਮੇਸ਼ਾ ਹੀ। ਫਾਰਮਰਸ ਨੂੰ ਕੀ ਮਿਲਦਾ? ਜਿਹੜਾ ਪੇ ਕਮਿਸ਼ਨ ਦੇ ਵਿੱਚ ਬੇਸਿਕ ਪੇ ਹੈ, ਬੇਸਿਕ ਪੇ ਜਿੰਨੇ ਵੀ ਗਵਰਨਮੈਂਟ EMPLOYE ਨੇ ਉਹ ਸਭ ਪਤਾ, ਬੇਸਿਕ ਪੇ, ਐਨੂਅਲ ਇਨਕਰੀਮੈਂਟਸ, TA, DA, ਅਗਰ ਉਹ ਮਤਲਬ ਓਵਰ ਟਾਈਮ ਕਰਦੇ ਆ ਡਬਲ ਹੈ ਉਹ ਘੰਟੇ, ਸਭ ਨੂੰ ਪਤਾ। ਬਿਲਕੁਲ। ਕੀ ਫਾਰਮਰ ਜਿਹੜਾ ਹੈ ਉਹ ਦਿਨ ਰਾਤ ਕੰਮ ਕਰਦਾ ਹੈ, ਉਹਨੂੰ 5 ਜਾਂ 10 ਰੁਪਏ MSP, ਉਹਦੇ ਲਈ ਇਨਪੁਟ ਸਾਰਾ ਵੱਧ ਰਿਹਾ ਹੈ, ਫਰਟੀਲਾਈਜ਼ਰ ਵੱਧ ਰਿਹਾ ਹੈ। ਇੱਕ ਮੈਂ ਹੋਰ ਗੱਲ ਕਲੀਅਰ ਕੀਤੀ ਸੀ ਕਿ ਜਿਹੜੀ ਲੈਂਡ ਹੈ ਫਾਰਮਰ ਕੋਲ ਉਹ ਲਿਮਟਿਡ ਹੈ, ਔਰ ਜਿਹੜੀ ਆਊਟਪੁੱਟ ਆ ਉਹ ਕਹਿੰਦਾ ਵੀ ਮੈਂ ਉਹ ਚੋਂ ਜੇ ਹੁਣ 2 ਕਿੱਲੇ ਨੇ ਮੈਂ ਵਧਾਵਾਂ, ਕਿਉਂਕਿ ਇਨਪੁਟ ਦਾ ਜਿਹੜਾ ਖਰਚਾ ਵੱਧ ਰਿਹਾ, ਉਹਦੇ ਵਿੱਚੋਂ ਵੱਧ ਤੋਂ ਵੱਧ ਫਰਟੀਲਾਈਜ਼ਰ ਪਾ ਰਿਹਾ, ਉਹਦੇ 'ਚ ਜ਼ਿਆਦਾ ਪ੍ਰੋਡਿਊਸ ਲੈਣ ਲਈ। ਉਹ ਇੱਕ ਕਿਸਮ ਦੀ ਜ਼ਹਿਰ 'ਚ ਕਨਵਰਟ ਹੋ ਰਿਹਾ। ਖਾ ਕੌਣ ਰਿਹਾ? ਆਪਾਂ। ਤੁਸੀਂ ਦੇਖੋ ਉਹਦੀ ਕੁਆਲਿਟੀ ਦਾ ਕੌਣ ਧਿਆਨ ਰੱਖ ਰਿਹਾ? ਮੈਂ ਤਾਂ ਹੈਰਾਨ ਹਾਂ ਇਸ ਗੱਲ ਤੋਂ ਵੀ ਵਾਟ ਇਜ਼ ਗੋਇੰਗ ਟੂ ਹੈਪਨ ਇਨ ਆਰ ਕੰਟਰੀ। ਤੁਸੀਂ ਇੱਕ ਜ਼ਹਿਰ ਦੇ ਰੂਪ ਦੇ ਫਰਟੀਲਾਈਜ਼ਰ, ਕਿੰਨੀਆਂ ਬਿਮਾਰੀਆਂ ਨੇ ਨਵੀਂ ਜਨਰੇਸ਼ਨ ਨੂੰ। ਗਵਰਨਮੈਂਟ ਕਰ ਕੀ ਰਹੀ ਹੈ? ਮੈਂ ਅਪਾਰਟ ਫਰੋਮ ਐਨ ਐਡਵੋਕੇਟ, ਮੈਂ ਆਈ ਕਲੈਰੀਫਾਈਡ ਬਿਫੋਰ ਦੀ ਬੈਂਚ ਆਲਸੋ, ਔਰ ਇੰਨਾ ਸੀਰੀਅਸ ਨੋਟ ਲਿਆ ਕੋਰਟ ਨੇ। ਉਸ ਦਿਨ 7 ਵਜੇ ਦੇ ਕਰੀਬ ਆਰਡਰ ਕੀਤਾ ਸੀ ਉਹਨਾਂ ਨੇ, ਕਹਿੰਦੇ ਅਸੀਂ ਆਰਡਰ ਕਰਨਾ ਹੀ ਕਰਨਾ ਕੁਝ ਨਾ ਕੁਝ ਇਹਨੂੰ ਸੁਣ ਕੇ। ਤੇ ਹੁਣ ਕੁਐਸਚਨ ਇਹ ਹੈ ਵੀ ਕੋਰਟ ਵੀ, ਅੱਛਾ ਉਹ ਜਿਹੜਾ ਆਰਡਰ 7 ਦਿਨ ਦੇ ਵਿੱਚ ਵਿੱਚ ਵਾਲਾ ਸੀ, ਉਹ ਪੰਜਾਬ ਗਵਰਨਮੈਂਟ ਨੇ ਹੁਣ ਤੱਕ ਕੰਪਲਾਈ ਨਹੀਂ ਕੀਤਾ। ਕੋਰਟ ਦੇ ਵਿੱਚ ਕਿਹਾ ਕਿ ਵੀ ਇਹ ਪੈਸੇ ਦੇ ਨਹੀਂ ਰਹੇ ਜਿਹੜਾ ਤੁਸੀਂ ਆਰਡਰ ਕੀਤਾ ਸੀ 7 ਹਫ਼ਤੇ ਦੇ ਵਿੱਚ। ਕੋਰਟ ਦੇ ਅੱਗੇ ਜਾ ਕੇ ਕਹਿੰਦਾ ਸਾਡੇ ਕੋਲ ਪੈਸੇ ਨਹੀਂ ਗਏ, ਕੋਵਿਡ ਚ ਲੱਗ ਗਏ। ਹੁਣ ਕੋਰਟ ਦੱਸੋ ਕੀ ਕਰੂਗੀ ਅੱਗੇ? ਜੇ ਗਵਰਨਮੈਂਟ ਇਹ ਕਹਿੰਦਾ ਰਹੇ, ਉਹਨਾਂ ਨੇ ਵੀ ਦੇਖਣਾ। ਜੱਜਸ ਵੀ ਤੇ ਇੱਕ ਹੈ ਤੇ EMPLOYEES ਨੇ, ਬੇਸ਼ੱਕ ਕਨਸਟੀਟਿਊਸ਼ਨਲ ਪੋਸਟ ਹੈ। ਕਈ ਵਾਰ ਮਤਲਬ ਇਹ ਹੁੰਦਾ ਵੀ ਉਹਨਾਂ ਨੇ ਵੀ, ਉਹਨਾਂ ਦੀ ਪੇ ਵੀ ਹੈ, ਉਹ ਵੀ ਗਵਰਨਮੈਂਟ ਨੇ। ਸੋ ਦੈਟ ਇਜ਼ ਦੀ ਪ੍ਰੋਬਲਮ। ਤੁਸੀਂ ਕੁਐਸਚਨ ਕੀਤਾ ਸੀ ਵੀ ਕੋਰਟ ਕੀ ਕਿਆ ਕਰ ਸਕਦੀਆਂ ਨੇ, ਕੋਰਟ ਵੀ ਕਿੱਥੋਂ ਤੱਕ ਕਰਨਗੇ? ਗਵਰਨਮੈਂਟ ਦੇ ਡਿਸੀਜਨ। ਇਹ ਬਹੁਤ ਪਿੱਛੇ ਜਾ ਚੁੱਕੇ ਹਾਂ ਅਸੀਂ, ਪਤਾ ਨਹੀਂ ਕੀ ਆਉਣ ਵਾਲੇ ਫਿਊਚਰ ਦੇ ਵਿੱਚ। ਇਟ ਇਜ਼ ਨਾਟ ਗੁੱਡ ਫਾਰ ਦੀ ਫਾਰਮਿੰਗ, ਈਵਨ ਦੋ ਕਿ ਸਾਡਾ 70 ਤੋਂ 80% ਡਾਇਰੈਕਟਲੀ ਇਨਡਾਇਰੈਕਟਲੀ ਪਾਪੂਲੇਸ਼ਨ ਐਗਰੀਕਲਚਰ ਤੇ ਨਿਰਭਰ ਕਰਦੀ ਹੈ। ਲੈਟਸ ਹੋਪ ਫਾਰ ਦੀ ਬੈਸਟ, ਹੈ ਨਾ। ਸ਼ੁਕਰੀਆ ਬਾਗੜੀ ਸਾਹਿਬ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਇਟਸ ਓਕੇ ਜੀ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਐਡਵੋਕੇਟ ਚਰਨਪਾਲ ਸਿੰਘ ਬਾਗੜੀ। ਬੜੇ ਵਿਸਥਾਰ ਦੇ ਨਾਲ, ਸਿੱਧੀ ਪੱਧਰੀ ਭਾਸ਼ਾ ਦੇ ਵਿੱਚ, ਮੈਨੂੰ ਵੀ ਬੜਾ ਚੰਗਾ ਲੱਗਿਆ ਸਮਝਣ ਦੇ ਵਿੱਚ। ਸ਼ਾਇਦ ਤੁਹਾਨੂੰ ਵੀ ਦਿੱਕਤ ਨਹੀਂ ਆਏਗੀ ਕਿ ਕਿੱਥੇ ਕਾਨੂੰਨੀ ਪੇਚ ਕਿੱਥੇ ਅੜਦਾ ਹੈ, ਕਿੱਥੇ ਸਰਕਾਰਾਂ ਦੀ ਨੀਅਤ ਜਿਹੜੀ ਹੈ ਉਹ ਸਾਫ਼ ਹੁੰਦੀ ਹੈ, ਝਲਕਦੀ ਹੈ ਇਹਨਾਂ ਖੇਤੀ ਕਾਨੂੰਨਾਂ ਦੇ ਵਿੱਚ। ਪੰਜਾਬਿਸਤਾਨ TV ਨੂੰ ਸਬਸਕ੍ਰਾਈਬ ਕਰੋ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਮੈਨੂੰ ਇਜਾਜ਼ਤ ਦਿਓ, ਧੰਨਵਾਦ।